ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੂਹੇ ਬਾਰੀਆਂ ਦਾ ਲੇਖ ਹੈ ਮਾਂ ਗੁਲਮੋਹਰ ਦੀ ਛਾਂ। ਜਿਵੇਂ ਮਾਂ ਦੇ ਪਿਆਰ ਤੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ, ਇਵੇਂ ਸੰਸਾਰ 'ਚ ਮਾਂ ਦਾ ਕੋਈ ਬਦਲ ਨਹੀਂ ਹੁੰਦਾ। ਸੰਸਾਰ 'ਚ ਸੰਤਾਪ, ਹਿੰਸਾ, ਝਗੜੇ, ਦੁੱਖ ਤੇ ਚਿੰਤਾਵਾਂ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਮਾਵਾਂ ਵਿਸਾਰ ਦਿੱਤੀਆਂ ਹਨ ਜਾਂ ਮਾਵਾਂ ਨੇ ਮਾਵਾਂ ਵਾਲਾ ਰੋਲ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਂ ਦੀ ਆਸ਼ੀਰਵਾਦ ਨਾਲ ਦੁਨੀਆ ਦੀ ਹਰ ਲੜਾਈ ਲੜੀ ਜਾ ਸਕਦੀ ਹੈ, ਪਰ ਮਾਂ ਦੀ ਅਸੀਸ ਬਿਨਾਂ ਜਿੱਤੀਆਂ ਜੰਗਾਂ ਵੀ ਹਾਰ 'ਚ ਬਦਲ ਜਾਂਦੀਆਂ ਹਨ। ਸਿਕੰਦਰ ਦੇ ਮਨ ਵਿੱਚ ਦੁਨੀਆ ਨੂੰ ਜਿੱਤਣ ਦਾ ਸੰਕਲਪ ਉਹਦੀ ਮਾਂ ਨੇ ਹੀ ਉਪਜਾਇਆ ਸੀ। ਸ਼ਿਵਾਜੀ ਮਰਹੱਟਾ ਆਪਣੀ ਮਾਂ ਦੇ ਇਰਾਦਿਆਂ ਦਾ ਹੀ ਸਾਕਾਰ ਰੂਪ ਸੀ। ਗੁਰੂ ਗੋਬਿੰਦ ਸਿੰਘ ਪਿੱਛੇ ਖਲੋਤੀ ਉਹਨਾਂ ਦੀ ਮਾਂ ਦਾ ਅਸੀਸ ਦਿੰਦਾ ਨੂਰਾਨੀ ਚਿਹਰਾ ਵੇਖਣ ਦੀ ਚਾਹਵਾਨ ਅੱਖ ਨੂੰ ਅਵੱਸ਼ ਦਿਖਾਈ ਦੇ ਜਾਏਗਾ। ਜਿਨ੍ਹਾਂ ਕੌਮਾਂ ਨੇ ਆਪਣੀ ਮਾਂ ਦਾ ਸਤਿਕਾਰ ਕਰਨਾ ਨਹੀਂ ਸਿੱਖਿਆ, ਉਹਨਾਂ ਨੂੰ ਸੱਭਿਅਕ ਅਖਵਾਉਣ ਦਾ ਕੋਈ ਹੱਕ ਨਹੀਂ ਹੁੰਦਾ। ਇਸਤਰੀ ਜਾਤੀ ਦੀ ਹਰ ਖੇਤਰ ਵਿੱਚ ਦੁਰਗਤੀ ਹੋਈ ਹੈ, ਪਰ ਕੇਵਲ ਮਾਂ ਵਜੋਂ ਉਹਦਾ ਕੁਝ ਸਤਿਕਾਰ ਹੋਇਆ ਹੈ। ਕਈ ਸਵਾਲ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਮਾਂ ਤੋਂ ਹੀ ਪੁੱਛੇ ਜਾ ਸਕਦੇ ਹਨ। ਕਈ ਆਦਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕੇਵਲ ਮਾਂ ਸਿਖਾ ਸਕਦੀ ਹੈ। ਕਈ ਜਜ਼ਬੇ ਅਜਿਹੇ ਹੁੰਦੇ ਹਨ ਜਿਹੜੇ ਕੇਵਲ ਮਾਂ ਜਗਾ ਸਕਦੀ ਹੈ। ਕਈ ਆਦਰਸ਼ ਅਜਿਹੇ ਹੁੰਦੇ ਹਨ ਜਿਹੜੇ ਕੇਵਲ ਮਾਂ ਉਸਾਰ ਸਕਦੀ ਹੈ। ਕਈ ਦੁਮੇਲ ਅਜਿਹੇ ਹਨ ਜਿਨ੍ਹਾਂ ਨੂੰ ਵੇਖਣ ਲਈ ਇੱਕ ਆਪਣੀ ਤੇ ਇੱਕ ਮਾਂ ਦੀ ਅੱਖ ਦੀ ਲੋੜ ਹੁੰਦੀ ਹੈ। ਕਲਪਨਾ ਦੇ ਕਈ ਖੇਤਰ ਅਜਿਹੇ ਹਨ ਜਿਨ੍ਹਾਂ 'ਚ ਮਾਂ ਦੀ ਉਂਗਲ ਫੜ ਕੇ ਹੀ ਦਾਖਲ ਹੋਇਆ ਜਾ ਸਕਦਾ ਹੈ। ਮਾਂ ਦੇ ਪਿਆਰ ਤੋਂ ਬਿਨਾਂ ਅਨੁਭਵ ਦੇ ਕਈ ਖੇਤਰ ਸੁੰਨੇ ਰਹਿ ਜਾਂਦੇ ਹਨ। ਮਾਂ ਬਿਨਾਂ ਮਨੁੱਖ ਇਨਸਾਨ ਬਣਨੋਂ ਰਹਿ ਜਾਂਦਾ ਹੈ। ਸੰਗੀਤਕਾਰ ਦੇ ਮਨ ਉੱਤੇ ਸੰਗੀਤ ਦੀ ਮੁੱਢਲੀ ਛਾਪ ਉਹਦੇ ਗਰਭ ਅਵਸਥਾ 'ਚ ਵਿਚਰਦਿਆਂ ਮਾਂ ਦੇ ਦਿਲ ਦੀ ਸੰਗੀਤਕ ਧੜਕਣ ਨਾਲ ਲੱਗਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਜਿਹੜਾ ਆਪਣੀ ਮਾਂ ਦੇ ਸਤਿਕਾਰ ਵਿੱਚ ਸੀਸ ਆਸਣ ਨਹੀਂ ਕਰ ਸਕਦਾ, ਉਹ ਨਾ ਸੰਗੀਤਕਾਰ ਬਣ ਸਕਦਾ ਹੈ, ਨਾ ਚਿੱਤਰਕਾਰ, ਨਾ ਸਾਹਿਤਕਾਰ ਤੇ ਨਾ ਹੀ ਮੂਰਤੀਕਾਰ। ਸੰਸਾਰ ਵਿੱਚ ਸੋਝ ਦੇ ਸੰਕਲਪ ਨੂੰ ਉਸਾਰਨ ਵਾਲੀ ਕਲਾਕਾਰ ਮਾਂ ਹੁੰਦੀ ਹੈ। ਮਾਂ ਕਿੰਨੀ ਵੀ ਸਧਾਰਨ ਇਸਤਰੀ ਹੋਵੇ, ਉਹਦਾ ਦਰਜਾ ਵੱਡੇ ਤੋਂ ਵੱਡੇ ਕਲਾਕਾਰ ਨਾਲੋਂ ਉਚੇਰਾ ਹੁੰਦਾ ਹੈ, ਕਿਉਂਕਿ ਉਹ ਕਲਾ ਦੇ ਸਭ ਤੋਂ ਅਦਭੁਤ ਨਮੂਨੇ ਤੇ ਹਰੇਕ ਕਲਾ ਦੇ ਸਿਰਜਕ ਮਨੁੱਖ ਨੂੰ ਸਿਰਜਦੀ ਹੈ। ਜਿਹੜੇ ਮਾਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ, ਉਹ ਜੀਵਨ ਭਰ ਕਬਾੜੀ ਬਾਜ਼ਾਰ 'ਚ ਹੀ ਘੁੰਮਦੇ ਰਹਿਣਗੇ। ਕਲਾ ਭਵਨਾਂ ਦਾ ਰਾਹ ਉਹਨਾਂ ਨੂੰ ਕਦੀ ਨਹੀਂ ਲੱਭੇਗਾ। ਹਰ ਕਲਾਕਾਰ ਦੀ ਮੁੱਢਲੀ ਪ੍ਰੇਰਨਾ ਉਹਦੀ ਮਾਂ ਹੁੰਦੀ ਹੈ। ਕਹਿੰਦੇ ਹਨ ਰੱਬ ਹਰ ਥਾਂ ਹਾਜ਼ਰ ਨਹੀਂ ਸੀ ਹੋ ਸਕਦਾ, ਸੋ ਉਹਨੇ ਮਾਵਾਂ ਬਣਾਈਆਂ। ਕਿਹਾ ਜਾਂਦਾ ਹੈ ਕਿ ਜਦੋਂ ਤੱਕ ਮਾਵਾਂ ਰਹਿਣਗੀਆਂ, ਮਨੁੱਖ ਦਾ ਰੱਬ ਵਿੱਚ ਵਿਸ਼ਵਾਸ ਬਣਿਆ ਰਹੇਗਾ। ਹਰ ਇਸਤਰੀ ਮਾਂ ਬਣ ਕੇ ਇਸ ਤੱਥ ਨੂੰ ਪੁਨਰ ਸਥਾਪਿਤ ਕਰਦੀ ਹੈ ਕਿ ਰੱਬ ਅਜੇ ਮਨੁੱਖ ਤੋਂ ਬੇਜ਼ਾਰ ਨਹੀਂ ਹੋਇਆ। ਇਵੇਂ ਕਿਹਾ ਜਾਂਦਾ ਹੈ ਕਿ ਚੰਗੇ ਇਨਸਾਨ ਦੀ ਅੰਤਲੀ ਮਾਨਤਾ ਮਾਂ ਤੋਂ ਮਿਲਦੀ ਹੈ। ਜਦੋਂ ਅਸੀਂ ਕਿਸੇ ਮਹਾਨ ਵਿਅਕਤੀ ਦੀ ਪ੍ਰਸ਼ੰਸਾ ਕਰਦੇ ਹਾਂ ਤਾਂ ਭੁੱਲ ਜਾਂਦੇ ਹਾਂ ਕਿ ਇੰਨਾ ਮਹਾਨ ਪੁੱਤਰ ਇੱਕ ਮਹਾਨ ਮਾਂ ਨੇ ਹੀ ਪਾਲਿਆ ਹੋਏਗਾ। ਪੁਰਸ਼ ਇੱਕ ਪਲ ਦੇ ਸੰਪਰਕ ਨਾਲ ਪਿਓ ਅਖਵਾਉਣ ਲੱਗ ਪੈਂਦਾ ਹੈ, ਜਦੋਂ ਕਿ ਮਾਂ ਨੂੰ ਮਾਂ ਅਖਵਾਉਣ ਲਈ ਲੰਮੀ ਸਾਧਨਾ ਕਰਨੀ ਪੈਂਦੀ ਹੈ। ਕਹਿੰਦੇ ਹਨ ਕਿ ਸਾਰਾ ਵਿਗਿਆਨ ਮਾਂ ਦੀ ਜਨਮ ਦੇਣ ਦੀ ਸ਼ਕਤੀ ਸਾਹਮਣੇ ਪੁਰਸ਼ ਵੱਲੋਂ ਆਪਣੇ ਹੀਣੇਪਣ ਨੂੰ ਛੁਪਾਉਣ ਦਾ ਯਤਨ ਕਰ। ਕੋਈ ਵੀ ਵਿਅਕਤੀ ਆਪਣੀ ਮਾਂ ਸਾਹਮਣੇ ਡੀਂਗ ਨਹੀਂ ਮਾਰ ਸਕਦਾ। ਜਿੱਥੇ ਮਾਂ ਨਹੀਂ ਹੁੰਦੀ, ਉਹ ਥਾਂ ਘਰ ਨਹੀਂ ਅਖਵਾਉਂਦਾ। ਜਦੋਂ ਮਾਂ ਘਰ ਹੋਵੇ, ਕੋਈ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ। ਇੱਕ ਚੀਨੀ ਕਹਾਵਤ ਹੈ, ਜਿੱਥੇ ਪਿਤਾ ਦਾ ਫਰਜ਼ ਪਿਤਾ ਨਿਭਾਵੇ, ਜਿੱਥੇ ਪੁੱਤਰ ਦਾ ਕਾਰਜ ਪੁੱਤਰ ਕਰੇ, ਜਿੱਥੇ ਮਾਂ ਮਾਂ ਵਾਂਗ ਵਿਚਰੇ, ਉਸ ਘਰ ਦੀਆਂ ਨੀਹਾਂ ਮਜ਼ਬੂਤ ਹਨ। ਤੇ ਜਦੋਂ ਘਰ ਦੀਆਂ ਨੀਹਾਂ ਮਜ਼ਬੂਤ ਹੋਣ ਤਾਂ ਉਸ ਦੇਸ਼ ਦੀਆਂ ਨੀਹਾਂ ਸਾਰੇ ਭੁਚਾਲ ਬਰਦਾਸ਼ਤ ਕੀਤੀਆਂ। ਜਦੋਂ ਸਾਂਝੇ ਘਰ ਟੁੱਟ ਰਹੇ ਹੋਣ, ਉਸ ਸਮੇਂ ਦੇਸ਼ ਕਿਵੇਂ ਮਜ਼ਬੂਤ ਰਹਿ ਸਕੇਗਾ? ਕੋਈ ਵੀ ਅੰਦੋਲਨ, ਜੱਦੋ-ਜਹਿਦ, ਸੰਘਰਸ਼ ਜਾਂ ਬਗਾਵਤ ਉਸੇ ਅਨੁਪਾਤ ਵਿੱਚ ਸਫਲ ਹੋਏਗੀ ਜਿੰਨੀ ਮਾਵਾਂ ਵੱਲੋਂ ਉਹਨੂੰ ਪ੍ਰਵਾਨਗੀ ਮਿਲੇਗੀ। ਜਦੋਂ ਕਿਸੇ ਅੰਦੋਲਨ 'ਚ ਮਾਵਾਂ ਆਪਣੇ ਪੁੱਤਰਾਂ ਨੂੰ ਚੁੰਮ ਕੇ ਤੋਰਨ ਲੱਗ ਪੈਣ, ਉਸ ਅੰਦੋਲਨ ਨੂੰ ਸਰਕਾਰ ਤੱਕ ਹੀ ਰੱਬ ਵੀ ਅਸਫਲ ਨਹੀਂ ਕਰ ਸਕਦਾ।
ਸੋ ਹਰ ਲੜਾਈ 'ਚ ਲੜਨ, ਮਰਨ ਤੇ ਜਰਨ ਦਾ ਅਸਲ ਕਾਰਜ ਮਾਵਾਂ ਕਰਦੀਆਂ ਹਨ। ਹਰ ਯੁੱਧ, ਮੁਹਿੰਮ ਤੇ ਜਦੋਜਹਿਦ ਵਿੱਚ ਫੈਸਲਾ ਕੁਨ ਰੋਲ ਉਸ ਕੌਮ ਦੇ ਪੁੱਤਰਾਂ ਨੇ ਨਿਭਾਉਣਾ ਹੁੰਦਾ ਹੈ। ਜਦੋਂ ਕਿਸੇ ਅੰਦੋਲਨ ਨਾਲ ਮਾਵਾਂ ਇਕਸੁਰ ਹੋਈਆਂ ਹੋਣ, ਕੁਰਬਾਨੀਆਂ ਦੇਣ ਲਈ ਪੁੱਤਰ ਮੀਂਹ ਦੀਆਂ ਕਣੀਆਂ ਵਾਂਗ ਉਤਰਦੇ ਰਹਿਣਗੇ। ਸੰਘਰਸ਼ ਦੇ ਖੇਤਰ 'ਚ ਜੂਝ ਰਹੇ ਸਪੂਤ ਦੀ ਮੌਤ ਨਾਲ ਕੋਈ ਗੋਦ ਤਾਂ ਖਾਲੀ ਹੋ ਸਕਦੀ ਹੈ, ਪਰ ਅਜਿਹੀ ਕੌਮ ਦੀ ਕੁੱਖ ਕਦੇ ਬਾਂਝ ਨਹੀਂ ਹੁੰਦੀ। ਮਾਵਾਂ ਹੋਰ ਪੁੱਤਰ ਜੰਮਦੀਆਂ ਰਹਿਣਗੀਆਂ ਤੇ ਪੁੱਤਰ ਮਾਵਾਂ ਦੇ ਦੁੱਧ ਦੀ ਲਾਜ ਪਾਲਦੇ ਆਜ਼ਾਦੀ ਦੇ ਬੈਂਕ ਤੋਂ ਆਪਣੀਆਂ ਜਾਨਾਂ ਦੇ ਚੈੱਕ ਕੈਸ਼ ਕਰਵਾਉਂਦੇ ਰਹਿਣਗੇ। ਕਿਸੇ ਵੀ ਸੰਘਰਸ਼ ਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਉਸ ਪ੍ਰਤੀ ਮਾਵਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾਏ। ਜਿਸ ਸੰਘਰਸ਼ ਵਿੱਚ ਇਸ ਤੱਥ ਨੂੰ ਵਸਾਰ ਦਿੱਤਾ ਜਾਂਦਾ ਹੈ, ਉਹ ਅੰਦੋਲਨ ਭਾਰੀ ਕੁਰਬਾਨੀਆਂ ਦੇ ਬਾਵਜੂਦ ਕਿਸੇ ਸਿਰੇ ਨਹੀਂ ਲੱਗਦਾ। ਨਿਸ਼ਚੇ ਹੀ ਹਰ ਲੜਾਈ ਲੜਨ ਦਾ ਅਸਲ ਕਾਰਜ ਮਾਵਾਂ ਕਰਦੀਆਂ ਹਨ। ਮਾਂ ਇੱਕ ਅਜਿਹਾ ਰੱਬ ਹੁੰਦੀ ਹੈ ਜਿਹਦੀ ਹਸਤੀ ਪ੍ਰਤੀ ਕੋਈ ਵੀ ਨਾਸਤਕ ਨਹੀਂ ਹੁੰਦਾ। ਪੁੱਤਰਾਂ ਲਈ ਸਭ ਤੋਂ ਵੱਧ ਪੂਜਣਯੋਗ ਮਾਂ ਹੁੰਦੀ ਹੈ। ਪੁੱਤਰਾਂ ਨੂੰ ਚਾਹੀਦਾ ਹੈ ਕਿ ਆਪਣੀ ਮਾਂ ਦੀ ਸੇਵਾ ਤਨ, ਮਨ ਤੇ ਧਨ ਨਾਲ ਕਰਨ। ਕਿਸੇ ਵੀ ਕਾਰਨ ਉਹਦਾ ਅਪਮਾਨ ਨਾ ਕਰਨ ਤੇ ਨਾ ਹੀ ਅਪਮਾਨ ਸਹਿਣ ਕਰਨ। ਜਿਹੜੇ ਘਰ ਸਭ ਕੁਝ ਹੋਣ ਦੇ ਬਾਵਜੂਦ ਨਰਕ ਦੇ ਨਮੂਨੇ ਬਣੇ ਹੋਏ ਹਨ, ਉੱਥੇ ਸਾਰੀ ਦੁਰਦਸ਼ਾ ਦਾ ਕਾਰਨ ਪਰਿਵਾਰ ਦੇ ਜੀਆਂ ਵੱਲੋਂ ਮਾਂ ਪ੍ਰਤੀ ਅਣਗਹਿਲੀ ਜਾਂ ਅਪਮਾਨ ਦੀ ਭਾਵਨਾ ਹੁੰਦੀ ਹੈ। ਜਦੋਂ ਮਾਂ ਵਾਲਾ ਰੋਲ ਅਦਾ ਕਰਨ ਤੋਂ ਇਨਕਾਰੀ ਹੋ ਜਾਏ ਤਾਂ ਘਰ ਤੱਕ ਹੀ ਬਾਦਸ਼ਾਹੀਆਂ ਵੀ ਗਰਕ ਜਾਂਦੀਆਂ ਹਨ। ਜਿਹੜੇ ਆਪਣੀ ਮਾਂ ਨਾਲ ਰੁੱਸੇ ਹੋਏ ਹਨ, ਉਹਨਾਂ ਨੂੰ ਕਿਸੇ ਬਹਾਨੇ ਜਾਂ ਮੌਕੇ ਦੀ ਉਡੀਕ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਆਪਣੀ ਰੇਗਿਸਤਾਨ ਬਣੀ ਹੋਈ ਜ਼ਿੰਦਗੀ 'ਚ ਗੁਲਮੋਹਰ ਦੀ ਛਾਂ ਪ੍ਰਾਪਤ ਕਰਨ ਲਈ ਮਾਂ ਦੇ ਦਿਲ ਦੇ ਥਿੰਦੇ ਬੂਹੇ ਸੁਲੱਖਣੇ ਕਰਨੇ ਚਾਹੀਦੇ ਹਨ। ਜਿਹੜੇ ਮਾਂ ਕੋਲ ਮੁੜਦਿਆਂ ਬੇਇੱਜ਼ਤੀ ਅਨੁਭਵ ਕਰਦੇ ਹਨ, ਉਹ ਕਿਧਰੇ ਵੀ ਇੱਜ਼ਤਦਾਰ ਵਿਅਕਤੀ ਨਹੀਂ ਬਣਦੇ। ਮਾਂ ਭਾਵੇਂ ਪਿਆਰ ਪੁੱਤਰ ਨੂੰ ਵਧੇਰੇ ਕਰਦੀ ਹੈ, ਪਰ ਉਹ ਪੁੱਤਰ ਦੇ ਮੁਕਾਬਲੇ ਧੀ ਨੂੰ ਆਪਣੇ ਭਾਗ ਵਧੇਰੇ ਮੰਨਦੀ ਹੈ ਤੇ ਆਪਣੀ ਧੀ ਵਿਚਲੀ ਘਾਟ ਨੂੰ ਉਹ ਆਪਣੇ ਲਈ ਵਧੇਰੇ ਸ਼ਰਮ ਦੀ ਗੱਲ ਸਮਝਦੀ ਹੈ। ਮਾਂ ਆਪਣੇ ਬੱਚੇ ਨੂੰ ਆਪਣੇ ਪਿਆਰ ਨਾਲ ਦੁਨੀਆ ਦਾ ਸਭ ਤੋਂ ਚੰਗਾ ਤੇ ਪ੍ਰਸੰਨ ਇਨਸਾਨ ਬਣਾਉਣਾ ਚਾਹੁੰਦੀ ਹੈ, ਕਿਉਂਕਿ ਉਹ ਕਦੀ ਵੀ ਸੰਤਾਨ ਦਾ ਬੁਰਾ ਨਹੀਂ ਸੋਚਦੀ। ਇਸ ਲਈ ਉਹਦੇ ਇਰਾਦਿਆਂ ਦੀ ਕਦਰ ਕਰਨ ਦਾ ਹੁਨਰ ਸਿੱਖਣਾ ਚਾਹੀਦਾ ਹੈ। ਮਾਵਾਂ ਆਪਣੀ ਛਾਤੀ ਦੇ ਨਿੱਘ ਨਾਲ, ਆਪਣੀ ਲੋਰੀ ਦੇ ਸੰਗੀਤ ਨਾਲ, ਆਪਣੀਆਂ ਕਹਾਣੀਆਂ ਦੀ ਕਲਪਨਾ ਨਾਲ, ਰਸੋਈ ਦੇ ਆਪਣੇ ਹੁਨਰ ਨਾਲ ਨਿੱਘੇ, ਸੁਖੀ, ਸਿਆਣੇ ਤੇ ਤੰਦਰੁਸਤ ਮਨੁੱਖ ਬਣਾਉਣ ਵਿੱਚ ਰੁੱਝੀਆਂ ਰਹਿੰਦੀਆਂ ਹਨ। ਬੰਦਾ ਮੂਰਖ ਬਣਦਾ ਹੀ ਉਦੋਂ ਹੈ ਜਦੋਂ ਮਾਂ ਤੋਂ ਪਰੇ ਚਲਾ ਜਾਵੇ। ਜਿਹੜੀਆਂ ਮਾਵਾਂ ਸਾਰਾ ਕੰਮ ਆਪ ਕਰਨ ਦੀ ਜ਼ਿੰਮੇਵਾਰੀ ਲੈ ਕੇ ਆਪਣੀਆਂ ਧੀਆਂ ਨੂੰ ਕੁਝ ਸਿਖਾਉਣ ਦੀ ਥਾਂ ਵਿਹਲਾ ਰੱਖਦੀਆਂ ਹਨ ਤੇ ਆਪਣੇ ਪੁੱਤਰਾਂ ਨੂੰ ਲਾਡਾਂ ਨਾਲ ਵਿਗਾੜਦੀਆਂ ਹਨ, ਉਹ ਨਹੀਂ ਜਾਣਦੀਆਂ ਕਿ ਉਹਨਾਂ ਦਾ ਕਿੰਨਾ ਨੁਕਸਾਨ ਕਰ ਰਹੀਆਂ ਹੁੰਦੀਆਂ ਹਨ। ਕਹਿੰਦੇ ਹਨ, ਦੁਨੀਆ ਦਾ ਸਭ ਤੋਂ ਚੰਗਾ ਸਕੂਲ ਮਾਂ ਦਾ ਗੋਡਾ ਹੁੰਦਾ ਹੈ, ਜਿਸ ਨਾਲ ਲੱਗ ਕੇ ਅਗਲੀ ਪੀੜ੍ਹੀ ਜੀਵਨ ਦੇ ਪਹਿਲੇ ਸਬਕ ਪੜ੍ਹਦੀ ਹੈ। ਡਿੱਗੇ ਹੋਏ ਬਾਲ ਨੂੰ ਸਭ ਤੋਂ ਪਹਿਲਾਂ ਉਹਦੀ ਮਾਂ ਹੀ ਚੁੱਕਦੀ ਹੈ। ਮਤਰੇਈ ਮਾਂ ਦੇ ਮੁਕਾਬਲੇ ਵਿੱਚ ਆਪਣੀ ਮਾਂ ਬੱਚੇ ਨੂੰ ਵਧੇਰੇ ਕੁੱਟਦੀ ਹੈ, ਪਰ ਉਹਦੀ ਮਾਰ ਵਿੱਚ ਉਦੇਸ਼ ਸਜ਼ਾ ਦੇਣਾ ਨਹੀਂ, ਬੱਚੇ ਨੂੰ ਸੁਧਾਰਨਾ ਹੁੰਦਾ ਹੈ। ਮਾਂ ਦਾ ਸੰਕਲਪ ਜਿੰਨਾ ਮਿੱਠਾ ਹੈ, ਮਤਰੇਈ ਮਾਂ ਦਾ ਸੰਕਲਪ ਓਨਾ ਹੀ ਕੌੜਾ ਹੈ। ਕਹਿੰਦੇ ਆਪਣੀ ਮਾਂ ਨੂੰ ਇੱਕ ਉਹ ਬੋਲੀ ਆਉਂਦੀ ਹੁੰਦੀ ਹੈ ਜਿਹੜੀ ਦੁਨੀਆ ਦੀ ਕੋਈ ਹੋਰ ਔਰਤ ਨਹੀਂ ਜਾਣਦੀ ਹੁੰਦੀ, ਤੇ ਇਹ ਬੋਲੀ ਉਹਦੇ ਕੇਵਲ ਆਪਣੇ ਬੱਚੇ ਹੀ ਸਮਝਦੇ ਹੁੰਦੇ ਹਨ। ਨਿਰਸਨ ਦੇ ਮਾੜੇ ਪ੍ਰਭਾਵਾਂ ਕਾਰਨ ਅਜੋਕੀਆਂ ਇਸਤਰੀਆਂ ਦੇ ਵਿਹਾਰ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਜਿਹੋ ਜੀ ਮੇਰੀ ਪੜਦਾਦੀ ਸੀ, ਉਹੋ ਜੀ ਮੇਰੀ ਦਾਦੀ ਨਹੀਂ ਸੀ, ਤੇ ਜਿਹੋ ਜੀ ਮੇਰੀ ਦਾਦੀ ਸੀ, ਉਹੋ ਜੀ ਮੇਰੀ ਮਾਂ ਨਹੀਂ ਹੈ। ਕਿਸੇ ਨੇ ਪੁੱਛਿਆ, ਕਿਹੋ ਜੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ? ਉੱਤਰ ਮਿਲਿਆ, ਜਿਹੋ ਜੀ ਸੋਹਣੀ, ਸਿਆਣੀ ਤੇ ਸੁਘੜ ਲੜਕੀ ਨੇ ਮੇਰੇ ਪਿਤਾ ਨਾਲ ਵਿਆਹ ਕਰਵਾਇਆ ਸੀ। ਸੰਸਾਰ ਦਾ ਸਭ ਤੋਂ ਵੱਧ ਧਿਆਨ ਮੰਗਣ ਵਾਲਾ ਕੰਮ ਮਾਂ ਦਾ ਹੈ। ਮਾਂ ਬਣਨ ਉਪਰੰਤ ਇਸਤਰੀ ਆਰਾਮ ਕਰਨਾ ਭੁੱਲ ਜਾਂਦੀ ਹੈ। ਚੁੱਪ-ਚੁਪੀਤੇ ਬੇਆਰਾਮੀ ਨੂੰ ਸਹਿਣ, ਬਿਨਾਂ ਮੰਗੇ ਕੁਰਬਾਨੀ ਦੇਣ ਤੇ ਆਪਣੇ ਫਰਜ਼ ਨੂੰ ਪਾਲਣ ਦੀ ਪ੍ਰੇਰਨਾ ਮਾਂ ਤੋਂ ਹੀ ਮਿਲਦੀ ਹੈ। ਕਿਸੇ ਮਹਾਨ ਵਿਅਕਤੀ ਨੂੰ ਕਦੀ ਵੀ ਧਿਆਨ ਨਾਲ ਵੇਖਣਾ, ਉਹ ਇੱਕ ਮਾਂ ਵਾਂਗ ਵਿਚਰ ਰਿਹਾ ਹੋਏਗਾ।
ਜੇ ਤੁਹਾਡੇ 'ਚ ਮਾਂ ਵਾਂਗ ਵਿਚਰਨ ਦਾ ਹੁਨਰ ਹੈ ਤਾਂ ਸੰਸਾਰ ਦੇ ਸਭ ਘਰਾਂ ਦੇ ਬੂਹੇ ਤੁਹਾਡੇ ਲਈ ਖੁੱਲ੍ਹੇ ਹਨ। ਉਹ ਧੀਆਂ ਕੀ ਕਰਦੀਆਂ ਹੋਣਗੀਆਂ ਜਿਨ੍ਹਾਂ ਦੀ ਸਹਾਇਤਾ ਲਈ ਇਸ ਸੰਸਾਰ 'ਚ ਮਾਵਾਂ ਨਹੀਂ ਹਨ, ਜਿਨ੍ਹਾਂ ਇਸਤਰੀਆਂ ਲਈ ਮਾਂ ਹੋਣਾ ਇੱਕ ਆਨੰਦ ਭਰਿਆ ਭੇਤ ਨਹੀਂ ਰਿਹਾ, ਜਿਨ੍ਹਾਂ ਕੁਆਰੀਆਂ ਦੇ ਦਿਲਾਂ 'ਚ ਮਾਂ ਬਣਨ ਦੀ ਤਾਂਘ ਨਹੀਂ, ਜਿਸ ਪਤਨੀ ਦੀ ਅੱਖ 'ਚ ਮਾਂ ਬਣਨ ਦਾ ਸੁਪਨਾ ਨਹੀਂ, ਤੇ ਜਿਸ ਸੰਤਾਨਹੀਨ ਇਸਤਰੀ ਨੂੰ ਆਪਣੇ ਮਾਂ ਨਾ ਬਣ ਸਕਣ ਦਾ ਵਗੋਚਾ ਨਹੀਂ, ਉਹ ਇਸਤਰੀਆਂ ਨਾ ਪਿਆਰ ਕਰਨ ਯੋਗ ਹਨ ਤੇ ਨਾ ਹੀ ਉਹ ਕਿਸੇ ਨੂੰ ਪਿਆਰ ਕਰ ਸਕਦੀਆਂ ਹਨ। ਮਹਾਨ ਵਿਅਕਤੀ ਆਪਣੀਆਂ ਵੱਡੀਆਂ ਪ੍ਰਾਪਤੀਆਂ ਦਾ ਮਾਣ ਆਪਣੀ ਮਾਂ ਨੂੰ ਦਿੰਦੇ ਹਨ, ਜਦ ਕਿ ਨਿਕੰਮੇ, ਕਮੀਨੇ, ਨੀਚਬੰਦੀ ਆਪਣੀ ਮਾਵਾਂ ਦੇ ਯੋਗਦਾਨ ਤੋਂ ਇਨਕਾਰੀ ਹੁੰਦੇ ਹਨ। ਜੀਵਨ ਵਿੱਚ ਮਾਂ ਦਾ ਰੋਲ ਉਹੀ ਹੁੰਦਾ ਹੈ ਜੋ ਰਾਤ ਦਾ ਹੁੰਦਾ ਹੈ। ਅਸੀਂ ਰਾਤ ਦੇ ਮਹੱਤਵ ਨੂੰ ਨਹੀਂ ਜਾਣਦੇ ਕਿਉਂਕਿ ਰਾਤ ਅਸੀਂ ਸੌਂ ਕੇ ਗੁਜ਼ਾਰ ਦਿੰਦੇ ਹਾਂ, ਪਰ ਜਿਸ ਰਾਤ ਸੌਈਏ ਨਾ, ਅਗਲੇ ਦਿਨ ਸਾਡਾ ਜੋ ਹਾਲ ਹੁੰਦਾ ਹੈ ਉਹੀ ਮਾਂ ਤੋਂ ਵਿਰਵੇ ਵਿਅਕਤੀਆਂ ਦੀ ਹੋਣੀ ਹੁੰਦੀ ਹੈ। ਮਾਂ ਉਹ ਹੁੰਦੀ ਹੈ ਜਿਸ ਉੱਤੇ ਅਸੀਂ ਨਿਸ਼ਚਿੰਤ ਹੋ ਕੇ ਨਿਰਭਰ ਹੋ ਸਕੀਏ, ਜਦੋਂ ਕੋਈ ਮਾਂ ਸਾਰੀ ਉਮਰ ਸਾਨੂੰ ਆਜ਼ਾਦ ਕਰਨ ਦੇ ਉਪਰਾਲੇ ਸੋਚਦੀ ਰਹਿੰਦੀ ਹੈ। ਮਾਂ ਹਮੇਸ਼ਾ ਹੀ ਆਪਣੀ ਸੰਤਾਨ 'ਚ ਸੁਧਾਰ ਵੇਖਣਾ ਚਾਹੁੰਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਕੁਰਬਾਨੀ, ਤਿਆਗ, ਉਡੀਕ, ਸੰਜਮ, ਸਹਿਨਸ਼ੀਲਤਾ ਆਦਿ ਜਿਹੀ ਸ਼ਖਸੀਅਤ ਜਾਂ ਚਰਿੱਤਰ ਦਾ ਨਿਰਮਾਣ ਕਰਨ ਵਾਲੇ ਸੰਕਲਪ ਮਾਂ ਦੇ ਸੰਦਰਭ ਵਿੱਚ ਹੀ ਵਿਚਾਰੇ ਤੇ ਸਮਝੇ ਜਾ ਸਕਦੇ ਹਨ। ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਉਹ ਬਣਨਾ ਹੁੰਦੀ ਹੈ ਜੋ ਸਾਡੀ ਮਾਂ ਸਾਨੂੰ ਬਣਾਉਣਾ ਚਾਹੁੰਦੀ ਹੈ। ਪੀੜ ਉੱਤੇ ਹੱਸ ਸਕਣ ਦਾ ਹੁਨਰ ਮਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਿਸ ਨਜ਼ਰ ਨਾਲ ਸਾਨੂੰ ਮਾਂ ਵੇਖਦੀ ਹੈ, ਉਸ ਨਜ਼ਰ ਨਾਲ ਸਾਨੂੰ ਕੋਈ ਵੀ ਨਹੀਂ ਵੇਖਦਾ। ਪ੍ਰੇਮਿਕਾ ਪੁਰਸ਼ ਵਿੱਚ ਸੁੰਦਰਤਾ ਦੀ ਪਛਾਣ ਜਗਾਉਂਦੀ ਹੈ, ਜਦਕਿ ਮਾਂ ਕੋਮਲਤਾ ਦਾ ਗੁਣ ਵੀ ਉਪਜਾਉਂਦੀ ਹੈ। ਬੱਚੇ ਦੀ ਪਹਿਲੀ ਮੁਸਕਰਾਹਟ ਆਪਣੀ ਮਾਂ ਦੀ ਪਹਿਚਾਣ ਵਿੱਚੋਂ ਉਪਜੇ ਧੰਨਵਾਦ ਦਾ ਆਗਾਜ਼ ਹੋਇਆ ਕਰਦੀ ਹੈ। ਕਿਸੇ ਵੀ ਧੀ ਦਾ ਅਸਲੀ ਦਾਜ ਉਹਦੀ ਮਾਂ ਦੀ ਦਿੱਤੀ ਜੀਵਨ ਸਿਖਲਾਈ ਹੋਇਆ ਕਰਦੀ ਹੈ। ਹਰ ਧੀ ਨੇ ਅੰਤ ਨੂੰ ਆਪਣੀ ਮਾਂ ਵਰਗਾ ਬਣਨਾ ਹੁੰਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਵਿਆਹ ਲਈ ਕਿਧਰੇ ਵੀ ਰਿਸ਼ਤਾ ਕਰਨ ਲੱਗਿਆਂ ਵਧੇਰੇ ਧਿਆਨ ਧੀ ਦੀ ਬਜਾਏ ਮਾਂ ਵੱਲ ਦੇਣਾ ਚਾਹੀਦਾ ਹੈ। ਪਿਤਾ ਦੀ ਗੈਰ ਹਾਜ਼ਰੀ 'ਚ ਘਰ ਖਾਲੀ ਲੱਗਦਾ ਹੈ, ਪਰ ਮਾਂ ਦੀ ਗੈਰ ਹਾਜ਼ਰੀ 'ਚ ਘਰ ਉਲਟਿਆ ਪੁਲਟਿਆ ਤੇ ਬੇਰੌਣਕਾ ਲੱਗਦਾ ਹੈ। ਮਾਂ ਸਾਨੂੰ ਸਿਖਾਉਂਦੀ ਹੈ ਬੋਲਣਾ ਕਿਵੇਂ ਹੈ, ਜਦੋਂ ਕੋਈ ਪਿਤਾ ਸਾਨੂੰ ਸਿਖਾਉਂਦਾ ਹੈ ਕਿ ਚੁੱਪ ਕਿਵੇਂ ਰਹਿਣਾ। ਪਿਤਾ ਦਾ ਪਿਆਰ ਅਕਸਰ ਉਹਦੇ ਮਰਨ ਤੱਕ ਹੀ ਨਾਲ ਚੱਲਦਾ ਹੈ, ਪਰ ਮਾਂ ਦੀ ਸੂਰਤ ਉਹਦੇ ਮਰਨ ਉਪਰੰਤ ਵੀ ਕਦੀ ਭੁੱਲਦੀ ਨਹੀਂ। ਜਿਨ੍ਹਾਂ ਬੱਚਿਆਂ ਨੂੰ ਮਾਂ ਜੀਵਨ ਜਾਚ ਨਹੀਂ ਸਿਖਾਉਂਦੀ, ਉਹਨਾਂ ਨੂੰ ਬੜੇ ਮਹਿੰਗੇ ਭਾਅ ਦੁਨੀਆ ਸਿਖਾਉਂਦੀ ਹੈ। ਕਈ ਦਿਨ ਮਾਵਾਂ ਵਰਗੇ ਹੁੰਦੇ ਹਨ ਤੇ ਕਈ ਮਤਰੇਈਆਂ ਮਾਵਾਂ ਜਿਹੇ। ਵਿਅਕਤੀ ਸਭ ਤੋਂ ਵੱਧ ਪਿਆਰ ਆਪਣੀ ਪ੍ਰੇਮਿਕਾ ਨੂੰ ਕਰਦਾ ਹੈ, ਸਭ ਤੋਂ ਚੰਗਾ ਪਿਆਰ ਆਪਣੀ ਪਤਨੀ ਨੂੰ ਤੇ ਸਭ ਤੋਂ ਲੰਮਾ ਪਿਆਰ ਆਪਣੀ ਮਾਂ ਨੂੰ ਕਰਦਾ ਹੈ। ਕੇਵਲ ਮਾਂ ਹੀ ਹੈ ਜਿਹਦੀਆਂ ਨਜ਼ਰਾਂ 'ਚ ਆਪਣੀ ਅਪੰਗ ਸੰਤਾਨ ਵੀ ਰਾਜਕੁਮਾਰਾਂ ਵਾਲਾ ਪਿਆਰ ਪਾਉਂਦੀ ਹੈ। ਅਜੋਕੇ ਯੁੱਗ 'ਚ ਮਾਂ ਦੀ ਦੁਰਗਤ ਹੋ ਰਹੀ ਹੈ। ਸੰਤਾਨ ਰੁੱਸਣ ਤੇ ਵੱਖ ਹੋਣ ਦੇ ਬਹਾਨੇ ਲੱਭ ਰਹੀ ਹੈ। ਘਰ ਉੱਜੜ ਰਹੇ ਹਨ, ਮਾਵਾਂ ਰੁਲ ਰਹੀਆਂ ਹਨ। ਗੁਲਮੋਹਰ ਦੀ ਛਾਂ ਦੀ ਥਾਂ ਰੇਗਿਸਤਾਨ ਦੀ ਲੂ ਵਗ ਰਹੀ ਹੈ। ਮਾਂ ਨੇ ਸਦਾ ਨਹੀਂ ਰਹਿਣਾ। ਦਿਨ ਛਿਪਣ ਤੋਂ ਪਹਿਲਾਂ ਆਪਣੀ ਮਾਂ ਦੇ ਵਿਗੜੇ ਹੋਏ ਨਸੀਬਾਂ ਨੂੰ ਸਵਾਰੋ, ਉਹਦੇ ਵਿਹੜੇ ਦੀ ਰੌਣਕ ਬਣੋ, ਉਹਦੀਆਂ ਅਸੀਸਾਂ ਨਾਲ ਆਪਣੀ ਝੋਲੀ ਭਰ ਲਓ, ਉਹਦੇ ਗੁਆਚੇ ਹਾਸਿਆਂ ਨੂੰ ਲੱਭ ਲਿਆਓ ਤੇ ਉਹਦੇ ਠੰਡੇ ਦਿਨਾਂ ਦੀ ਧੁੱਪ ਬਣੋ। ਧੰਨਵਾਦ।